ਬਟ ਸਾਹਿਬ ਸਭ ਤੋਂ ਜ਼ਿਆਦਾ ਜੋਸ਼ ਨਾਲ ਔਰ ਗੁੱਸੇ ਨਾਲ ਕਿਹੜੇ ਖਿਲਾੜੀ ਨਾਲ ਤੁਸੀਂ ਖੇਡਦੇ ਹੋ? ਮੈਂ ਸਭ ਤੋਂ ਜ਼ਿਆਦਾ ਜਿਹੜਾ ਨਾ ਅੱਜ ਤੱਕ ਜਿਹੜਾ ਨਾ ਮੁਕਾਬਲਾ ਜਿਹੜੀ ਟਸਲ ਚੱਲਦੀ ਰਹੀ ਹੈ ਉਹ ਸਾਡਾ ਇੰਡੀਅਨ ਖਿਲਾੜੀ ਹੈ। ਉਹਦਾ ਨਾਂ ਗੁਰਦੀਪ ਸਿੰਘ ਸੀ। ਅਤੇ ਸਾਡਾ ਪਹਿਲੀ ਵਾਰੀ ਜਦੋਂ ਫੇਸਬੁੱਕ 'ਤੇ ਗੱਲ ਹੋਈ ਸੀ, ਨਵੀਂ ਨਵੀਂ ਫੇਸਬੁੱਕ ਆਈ ਸੀ 2013-14 ਦੇ ਅੰਦਰ, ਅਤੇ ਉਹ ਮੈਨੂੰ ਨਾ ਮੈਸੇਜ ਲਿਖਦਾ ਹੁੰਦਾ ਸੀ ਕਿ ਪਾਕਿਸਤਾਨ ਨੇ ਨਾ ਪਹਿਲੀ ਵਾਰੀ ਇੰਡੋ ਪਾਕ ਕਰਾਈ ਗਈ, ਇੰਡੀਆ ਦੇ ਖਿਲਾੜੀ ਆਏ, ਸਿੱਖ ਆਏ, ਇੱਥੇ ਖੇਡੇ ਸਨ। ਇੱਕ ਮੁੰਡਾ ਉਹਨਾਂ ਦਾ ਜਿੱਤ ਗਿਆ ਸੀ, 2 ਹਾਰ ਗਏ ਸਨ, ਅਤੇ ਉਹ ਟਰੋਫੀ ਪਾਕਿਸਤਾਨ ਜਿੱਤ ਗਿਆ। ਅਤੇ ਉਹ ਮੁੰਡਾ ਜਿਹੜਾ ਨਾ ਉਹ ਕਿਉਂਕਿ ਮੈਂ ਉਸ ਮੁਕਾਬਲੇ ਨੂੰ ਵੇਖਣ ਗਿਆ ਸਾਂ, ਅਤੇ ਮੈਂ ਉਸ ਟਾਈਮ ਅਜੇ ਨਵਾਂ ਮੈਂ ਤਾਂ ਤਕਰੀਬਨ 15-16 ਸਾਲ ਦਾ ਮੁੰਡਾ ਸਾਂ, ਅਤੇ ਉਹ ਵੀ ਤਕਰੀਬਨ ਮੇਰੇ ਤੋਂ 1-2 ਸਾਲ ਵੱਡਾ ਸੀ। ਉਹ ਮੈਨੂੰ ਨਾ ਮੈਸੇਜ ਕਰਕੇ ਕਹਿੰਦਾ ਸੀ ਕਿ ਮੈਂ ਨਾ ਤੈਨੂੰ ਪਾਕਿਸਤਾਨ ਆ ਕੇ ਇੰਡੋ ਪਾਕ ਦੇ ਹਰਾਉਣਾ 2013-14 ਦੇ ਅੰਦਰ। ਅਤੇ ਮੈਂ ਉਸ ਟਾਈਮ ਕਹਿੰਦਾ ਹੁੰਦਾ ਚਲੋ ਜਦੋਂ ਵਕਤ ਆਏਗਾ ਮੁਕਾਬਲਾ ਪਏਗਾ, ਉਹ ਕਹਿੰਦੇ ਨੇ ਹੱਥ ਦੇ ਅੰਦਰ ਹੱਥ ਪਏ ਹੁੰਦੇ ਤੇ ਲੱਗ ਜਾਏਗਾ ਪਤਾ। ਅਤੇ ਇੰਨੀ ਜੀ ਮੈਂ ਸਿਰਫ ਗੱਲ ਕਰਨਾ, ਲੇਕਿਨ ਮੈਂ ਉਹਨੂੰ ਕਹਿੰਦਾ ਸੀ ਚੱਲ ਠੀਕ ਯਾਰ ਤੂੰ ਹਰਾ ਲਈ ਮੈਨੂੰ, ਤੂੰ ਰਾਜ਼ੀ ਹੈ ਨਾ? ਮੈਂ ਕਿਹਾ ਤੂੰ ਹਰਾ ਲਈ। 2016 ਦੇ ਅੰਦਰ ਪਹਿਲੀ ਵਾਰੀ ਉਹਦਾ ਮੇਰਾ ਮੁਕਾਬਲਾ ਹੋਇਆ ਇੰਡੀਆ ਦੇ ਅੰਦਰ। ਹੱਥਾਂ 'ਚ ਹੱਥ ਪੈ ਗਏ? ਹਾਂਜੀ, ਵਾਹ ਵਾਹ। ਇੰਡੀਆ ਦੇ ਅੰਦਰ ਅੱਛਾ। ਸਾਊਥ ਏਸ਼ੀਅਨ ਗੇਮਸ ਹੋ ਰਹੀ ਸਨ ਗੁਹਾਟੀ ਦੇ ਅੰਦਰ। ਸਾਡੀ ਮਾਸ਼ਾਅੱਲਾ ਪੂਰੀ ਟੀਮ ਜਿਹੜੀ ਹੈ ਨਾ ਉਹ ਲੰਮੇ ਪੈ ਗਈ ਸੀ ਸਾਡੀ। ਹਾਂਜੀ, ਸਾਡੇ ਅਗਰ 18 ਖਿਲਾੜੀ ਗਏ ਸਨ ਅਤੇ 17 ਹਾਰ ਗਏ ਸਨ, ਅਤੇ 18ਵਾਂ ਮੈਂ ਸਾਂ, ਕਿਉਂਕਿ ਮੇਰਾ ਸਭ ਤੋਂ ਵੱਡੀ ਕੈਟਾਗਰੀ ਹੈ, ਮੈਂ ਸੁਪਰ ਹੈਵੀ ਦੇ ਅੰਦਰ ਆਉਂਦਾ, ਅਤੇ ਮੇਰੀ ਆਖਰ ਦੇ ਅੰਦਰ ਆਉਂਦੀ। ਸਾਡੀ ਮਾਸ਼ਾਅੱਲਾ ਪੂਰੀ ਟੀਮ ਜਿਹੜੀਆਂ ਲੰਮੇ ਪੈ ਗਈ ਸੀ, ਅਤੇ ਪੂਰੀ ਟੀਮ ਜਿਹੜੀ ਹੁਣ ਮੇਰੇ ਵੱਲ ਵਹਿੰਦੀ ਪਈ ਸੀ ਕਿ ਤੂੰ ਜਿੱਤ ਜਾਈਂ ਹੁਣ। ਅਤੇ ਮੈਂ 1-2 ਖਿਲਾੜੀ ਮੈਂ ਕਿਹਾ ਮੈਂ ਇੱਥੇ ਜਿੱਤਣ ਨਹੀਂ ਆਇਆ, ਮੈਂ ਤਾਂ ਜਿੱਤਣ ਹੀ ਆਇਆ, ਮੈਂ ਇੱਥੇ ਜਿੱਤਣ ਨਹੀਂ ਆਇਆ, ਵਾਹ ਵਾਹ, ਮੈਂ ਜਿੱਤ ਕੇ ਹੀ ਜਾਣਾ ਇਨਸ਼ਾਅੱਲਾ। ਅਤੇ ਮੈਂ ਫਿਰ ਜਦੋਂ ਉਹਨਾਂ ਮੁਕਾਬਲਾ ਹੋਇਆ ਅਤੇ ਅਲਹਮਦੁਲਿਲਾ ਮੈਂ ਉਹਨੂੰ ਪਹਿਲੇ ਸਨੈਚ 'ਤੇ 5 ਕਿਲੋ ਲੀਡ ਦਿੱਤੀ ਇੰਡੀਅਨ ਹੋਮ ਗਰਾਊਂਡ ਦੇ ਅੰਦਰ, ਇੰਡੀਆ ਦੇ ਹਜ਼ਾਰਾਂ ਲੋਕਾਂ ਦੇ ਸਾਹਮਣੇ। ਮੈਂ ਪਹਿਲੇ ਉਹਨੂੰ ਸਨੈਚ ਦੇ 5 ਕਿਲੋ ਲੀਡ ਦਿੱਤੀ। ਫਿਰ ਜਰਗ ਦਾ ਮੁਕਾਬਲਾ ਹੋਇਆ, ਜਰਗ ਦੇ ਮੁਕਾਬਲੇ ਦੇ ਵਿੱਚ ਉਹਨੇ ਮੈਕਸੀਮਮ 190 ਕਿਲੋ ਚੁੱਕਿਆ। ਮੈਂ 200 ਕਿਲੋ ਜਰਗ ਲਾ ਕੇ ਇੰਡੀਅਨ ਹੋਮ ਗਰਾਊਂਡ ਦੇ ਅੰਦਰ ਉਹਨੂੰ ਬੀਟ ਕੀਤਾ 15 ਕਿਲੋ ਦੀ ਲੀਡ ਦੇ ਨਾਲ। ਅਤੇ ਫਿਰ ਉਹ ਤੋਂ ਬਾਅਦ ਜਿਹੜਾ ਨਾ ਪਹਿਲਾ ਗੋਲਡ ਪਾਕਿਸਤਾਨ ਦੇ ਨਾਂ ਵੇਟ ਲਿਫਟਿੰਗ ਦੇ ਅੰਦਰ ਸਾਊਥ ਏਸ਼ੀਅਨ ਗੇਮ ਦਾ। ਅਤੇ ਉਹ ਤੋਂ ਬਾਅਦ ਉਹਨੇ ਫਿਰ ਪੂਰਾ ਟਿੱਲ ਲਾਇਆ ਆਪਣਾ 2016 ਦੇ ਅੰਦਰ ਹੀ ਉਜ਼ਬੇਕਿਸਤਾਨ, ਉੱਥੇ ਵੀ ਮੈਂ ਉਹਨੂੰ ਹਰਾਇਆ। 2017 ਕਾਮਨਵੈਲਥ ਚੈਂਪੀਅਨਸ਼ਿਪ, ਉੱਥੇ ਉਹਨੇ ਪੂਰਾ ਟਿੱਲ ਲਾ ਦਿੱਤਾ। ਉਹਨੇ ਮੈਨੂੰ 7 ਕਿਲੋ ਸਨੈਚ ਦੇ ਅੰਦਰ ਲੀਡ ਦਿੱਤੀ, ਲੇਕਿਨ ਮੈਂ ਉਹਨੂੰ ਕਿਉਂਕਿ ਮੇਰੀ ਜਰਗ ਬਹੁਤ ਤਗੜੀ ਸੀ, ਅਤੇ ਮੈਂ ਉਹਨੂੰ ਜਰਗ ਦੇ ਅੰਦਰ ਜਿਹੜਾ ਨਾ 17 ਕਿਲੋ ਜਰਗ ਦੀ ਲੀਡ ਦੇ ਨਾਲ ਮੈਂ ਉਹਨੂੰ ਜਿਹੜਾ ਨਾ ਹਰਾਇਆ ਉੱਥੇ। ਠੀਕ ਹੈ। ਫਿਰ ਉਸ ਤੋਂ ਬਾਅਦ 2018 ਕਾਮਨਵੈਲਥ ਗੇਮ ਦੇ ਅੰਦਰ ਹਰਾਇਆ, ਫਿਰ 2018 ਏਸ਼ੀਅਨ ਚੈਂਪੀਅਨਸ਼ਿਪ ਦੇ ਉੱਤੇ ਹਰਾਇਆ, ਫਿਰ 2019 ਵਰਲਡ ਚੈਂਪੀਅਨਸ਼ਿਪ ਦੇ ਉੱਤੇ ਉਹਨੂੰ ਮੈਂ ਹਰਾਇਆ, ਫਿਰ 2021 ਵਰਲਡ ਚੈਂਪੀਅਨਸ਼ਿਪ ਦੇ ਉੱਤੇ ਮੈਂ ਉਹਨੂੰ ਹਰਾਇਆ, ਫਿਰ ਕਾਮਨਵੈਲਥ 2021 ਦੇ ਵਿੱਚ ਉਹਨੂੰ ਹਰਾਇਆ। ਫਿਰ ਉਸ ਤੋਂ ਬਾਅਦ ਮੈਂ ਉਹਨੂੰ 2022 ਬਰਮਿੰਘਮ ਦੇ ਅੰਦਰ ਵੀ ਹਰਾਇਆ। ਲਗਾਤਾਰ ਉਹਨੂੰ ਮੈਂ 5-6 ਸਾਲ 10 ਮੁਕਾਬਲੇ ਉਹਨੂੰ ਮੈਂ 5-6 ਸਾਲਾਂ ਦੇ ਅੰਦਰ ਹਰਾਏ ਨੇ। ਅਤੇ ਹਰ ਮੁਕਾਬਲੇ ਦੇ ਉੱਤੇ ਉਹਨੇ ਵੱਧ ਤੋਂ ਵੱਧ ਤਿਆਰੀ ਕੀਤੀ ਹੁੰਦੀ ਸੀ ਕਿ ਅੱਜ ਆਖਰੀ ਮੁਕਾਬਲੇ ਦੇ ਉੱਤੇ 2021 ਦੇ ਉੱਤੇ ਨਾ ਇੱਕ ਵਰਲਡ ਚੈਂਪੀਅਨਸ਼ਿਪ ਉਜ਼ਬੇਕਿਸਤਾਨ, ਅਤੇ ਅਸੀਂ ਏਅਰਪੋਰਟ ਵਾਪਸ ਆ ਰਹੇ ਸਾਂ, ਮੁਕਾਬਲੇ ਹੋ ਗਏ ਸਨ, ਮੈਂ ਜਿੱਤ ਗਿਆ ਆਇਆ ਸਾਂ, ਅਸੀਂ ਜਾਣੇ ਪਏ ਸਾਂ। ਅਤੇ ਉਹਨਾਂ ਦਾ ਇੱਕ ਮੁੰਡਾ ਹੈ ਵਿਕਾਸ ਠਾਕਰ ਥੱਲੇ ਵੇਟ ਦਾ, ਉਹਨੇ ਕਿਹਾ ਕਿ ਯਾਰ ਤੂੰ ਸਾਡੇ ਮੁੰਡੇ ਨੂੰ ਹਰ ਵਾਰੀ ਹਰਾਉਣਾ ਹੁੰਦਾ, ਤੂੰ ਹਰ ਵਾਰੀ ਸਾਡੇ ਮੁੰਡੇ ਨੂੰ ਹਰਾਉਣਾ ਹੁੰਦਾ, ਤੂੰ ਕਿਸੇ ਹੋਰ ਮੁੰਡੇ ਨੂੰ ਹਰਾ ਲੈ। ਅਤੇ ਮੈਂ ਕਿਹਾ ਕਿਸੇ ਕੋ ਵੀ ਹਾਰ ਗਈ, ਲੇਕਿਨ ਤੁਹਾਡੇ ਤੋਂ ਨਹੀਂ ਹਰਨਾ ਬਣਦਾ, ਤੁਹਾਡੇ ਤੋਂ ਨਹੀਂ, ਮੈਂ ਕਿਹਾ ਹਰਨਾ ਬਣਦਾ। ਮੈਂ ਕਿਹਾ ਜੋ ਤੁਸੀਂ ਜਿਸ ਤਰ੍ਹਾਂ ਦੇ ਹੋ। ਅਤੇ ਮੈਂ ਫਿਰ ਜਿਹੜਾ ਨਾ ਸਾਡਾ ਅੱਛਾ ਇੱਕ ਹੋਰ ਮਜ਼ੇ ਦੀ ਗੱਲ ਹੈ ਕਿ ਮੈਂ ਇੱਕ ਗੇਮ ਹੀ ਨਹੀਂ 3 ਮੁਖਤਲਿਫ ਗੇਮਾਂ ਦੇ ਅੰਦਰ ਇੰਡੀਆ ਦੇ ਪਲੇਅਰਸ ਨੂੰ ਹਰਾਇਆ ਹੈ। ਮੁਖਤਲਿਫ ਗੇਮਾਂ ਵੇਟ ਲਿਫਟਿੰਗ ਦੇ ਅੰਦਰ ਗੁਰਦੀਪ ਸਿੰਘ ਨੂੰ ਹਰਾਇਆ ਆ। ਫਿਰ ਸਟਰੋਂਗਮੈਨ ਗੇਮ ਹੈ, ਉਹਦੇ ਅੰਦਰ ਵੀ ਇੰਡੀਆ ਦੇ 2 ਮੁੰਡੇ ਨੇ, ਉਹਨਾਂ ਨੂੰ ਵੀ ਮੈਂ ਹਰਾਇਆ ਆ। ਫਿਰ ਪਾਵਰ ਲਿਫਟਿੰਗ ਦੇ ਅੰਦਰ ਵੀ ਜਿਹੜਾ ਨਾ ਮੈਂ ਇਹਨਾਂ ਨੂੰ ਹਰਾਇਆ। 3 ਮੁਖਤਲਿਫ ਗੇਮਾਂ ਦੇ ਅੰਦਰ ਮੈਨੂੰ ਹਰਾਇਆ। ਅਤੇ ਤਕਰੀਬਨ ਪਾਕਿਸਤਾਨ ਦਾ ਮੈਂ ਵਾਹਦ ਪਲੇਅਰ ਹੋਵਾਂਗਾ ਜਿਹਨੇ ਇੰਡੀਆ ਨੂੰ ਤਕਰੀਬਨ 15 ਵਾਰੀ ਬਗੈਰ ਹਰੇ ਔਰ ਇੰਡੀਆ ਦੇ ਟੌਪ ਪਲੇਅਰਸ ਨੂੰ ਨਾਕ ਆਊਟ ਕੀਤੇ ਹੈ।